ਕਹਿਣ ਨੂੰ ਤਾਂ ਭਾਵੇਂ ਲੁਧਿਆਣਾ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਹੈ, ਪਰ ਜੇਕਰ ਇੱਥੋਂ ਦੀਆਂ ਸੜਕਾਂ ਦਾ ਹਾਲ ਦੇਖਿਆ ਜਾਵੇ ਤਾਂ ਸ਼ਾਇਦ ਕਿਸੇ ਪਛੜੇ ਇਲਾਕੇ ਦੀਆਂ ਸੜਕਾਂ ਦਾ ਵੀ ਅਜਿਹਾ ਹਾਲ ਨਹੀਂ ਹੋਵੇਗਾ। ਇਸ ਗੱਲ ਦਾ ਸਬੂਤ ਬੀਤੇ ਦਿਨੀ ਉਸ ਸਮੇਂ ਸਭ ਦੇ ਸਾਹਮਣੇ ਆ ਗਿਆ ਜਦੋਂ ਦੀਪਨਗਰ ਵਿਖੇ ਅਚਾਨਕ ਸੜਕ ਧੱਸ ਗਈ ਅਤੇ ਦੋ ਸਕੂਟੀ ਸਵਾਰ ਭੈਣ ਭਰਾ ਉਸ ਦੇ ਵਿੱਚ ਡਿੱਗ ਗਏ। ਟੋਆ ਇੰਨਾ ਡੂੰਘਾ ਸੀ ਕਿ ਦੋਵੇਂ ਬੱਚਿਆਂ ਨੂੰ ਪੌੜੀ ਲਗਾ ਕੇ ਬਾਹਰ ਕੱਢਣਾ ਪਿਆ। ਪਹਿਲਾਂ ਦੇਖੋ ਇਹ ਵੀਡੀਓ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਲੋਕਾਂ ਵੱਲੋਂ ਲੁਧਿਆਣਾ ਦੇ ਸੰਸਦ, ਵਿਧਾਇਕਾਂ ਅਤੇ ਪ੍ਰਸ਼ਾਸਨ ਨੂੰ ਜੰਮ ਕੇ ਲਾਹਨਤਾਂ ਪਾਈਆਂ ਜਾ ਰਹੀਆਂ ਨੇ, ਜਿਸ ਤੋਂ ਬਾਅਦ ਹੁਣ ਸੰਸਦ ਰਵਨੀਤ ਬਿੱਟੂ ਨੇ ਮੀਡੀਆ ਸਾਹਮਣੇ ਆ ਕੇ ਗੱਲਬਾਤ ਕੀਤੀ। ਉਹਨਾਂ ਆਖਿਆ ਕਿ ਉਹਨਾਂ ਨੇ ਇਸ ਖਬਰ ਤੋਂ ਇੱਕ ਤੋਂ ਬਾਅਦ ਸਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਪਰ ਸਾਰੇ ਇੱਕ ਦੂਜੇ ਤੇ ਜ਼ਿੰਮੇਵਾਰੀ ਸੁੱਟਦੇ ਰਹੇ। ਆਹੀ ਉਹ ਜਗ੍ਹਾ ਸੀ ਜਿਹੜੀ ਅੱਜ ਮਿੱਟੀ ਜੀ ਨਾਲ ਭਰੀ ਆ ਤੇ ਦੂਜੇ ਪਾਸੇ ਇੱਕ ਹੋਰ ਜਗ੍ਹਾ ਜਿੱਥੇ ਬੱਸ ਨਿੰਗੀ ਤੇ ਉਦੋਂ ਬਾਅਦ ਵੀਡੀਓ ਬਣੀਆਂ ਸਾਡੀਆਂ ਬੱਚੀਆਂ ਦਾ ਕ੍ਰੈਡਿਟ ਜਿਹੜਾ ਥੱਲੇ ਚਲਾ ਗਿਆ, ਇੱਥੋਂ ਗੱਡੀ ਚਲੀ ਗਈ। 7:30 ਵਜੇ ਸਵੇਰ ਦੀ ਗੱਲ ਆ। ਮੈਂ ਲਗਾਤਾਰ ਉਦੋਂ ਦਾ ਗੱਲ ਕਰ ਰਿਹਾ। ਸਭ ਤੋਂ ਪਹਿਲਾਂ ਮੈਂ ਗੱਲ ਸਾਡੇ ਜਿਹੜੇ ਜ਼ੋਨਲ ਕਮਿਸ਼ਨਰ ਨੇ ਉਹਨਾਂ ਨਾਲ ਕੀਤੀ। ਉਹ ਕਹਿੰਦੇ ਨਹੀਂ ਜੀ, ਜਿਨ੍ਹਾਂ ਦਾ ਨਾਮ ਆ ਨੀਰਜ ਜੈਨ, ਉਹ ਕਹਿੰਦੇ ਜੀ ਇਹ ਜ਼ਿੰਮੇਵਾਰੀ ਇੱਕ IAS ਆਫਿਸਰ ਆਏ ਆ ਨਵੇਂ, ਉਹਨਾਂ ਦੇ ਨੂੰ ਪਤਾ ਹੈ। ਉਸ ਤੋਂ ਬਾਅਦ ਮੈਂ ਇੱਥੇ ਦੇ ਜਿਹੜੇ ਐਕਸੀਐਨ ਨੇ ਰਮਨ ਜੀ, ਉਹਨਾਂ ਨਾਲ ਗੱਲ ਕੀਤੀ B&R ਤੇ। ਉਹ ਕਹਿੰਦੇ ਜੀ ਨਹੀਂ, ਇਹ ਜ਼ਿੰਮੇਵਾਰੀ ਤਾਂ ਜਿਹੜੀ ਆਪਰੇਸ਼ਨ ਐਂਡ ਮੇਨਟੇਨੈਂਸ O&M ਜਿਹੜੀ ਇੱਥੇ ਸੈੱਲ ਆ ਜਿਹੜਾ ਉਹ ਕੰਮ ਕਰਦਾ, ਉਹਨਾਂ ਦੀ ਜ਼ਿੰਮੇਵਾਰੀ। ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਜੀ ਗਰਚਾ ਜੀ ਇੱਥੇ SDO ਨੇ, ਉਹਨਾਂ ਦੀ ਜ਼ਿੰਮੇਵਾਰੀ। ਉਹ ਕਹਿੰਦੇ ਨਹੀਂ ਜੀ, ਉਹਨੇ ਨਵੀਂ ਗੱਲ ਸੁਣਾ ਦਿੱਤੀ। ਉਹ ਕਹਿੰਦੇ ਜੀ ਇੱਕ ਠੇਕੇਦਾਰ ਨੇ ਸੁਰੇਸ਼ ਕੁਮਾਰ, ਉਹ ਠੇਕੇਦਾਰ ਬਠਿੰਡੇ ਤੋਂ ਨੇ। ਉਹਨਾਂ ਦਾ ਕਹਿਣ ਦਾ ਮਤਲਬ ਵੀ ਉਹ ਬਾਦਲਾਂ ਦੇ ਬਠਿੰਡੇ ਉਧਰ ਜ਼ਿਲ੍ਹੇ ਤੋਂ ਨੇ, ਉਹ ਜਾਣ ਕੇ ਖਰਾਬ ਕਰ ਰਹੇ। ਹੁਣ ਮੈਂ ਜਦੋਂ ਮੈਨੂੰ ਕੋਈ ਕਿਤੋਂ ਵੀ ਸਪਸ਼ਟ ਜਿਹੜਾ ਜਵਾਬ ਨਹੀਂ ਲੱਭਿਆ, ਇੱਕ ਮੈਂਬਰ ਪਾਰਲੀਮੈਂਟ ਹੋਣ ਨਾਤੇ, ਤੇ ਇਹਦਾ ਹੱਲ ਕੀ ਆ? ਉਹ ਜ਼ਿੰਮੇਵਾਰੀ ਇਕੱਲੀ ਮੈਂ ਕਿਸੇ ਅਫਸਰ ਤੇ ਨਹੀਂ ਪਾ ਸਕਦਾ, ਕਿਸੇ ਠੇਕੇਦਾਰ ਤੇ ਮੁਲਾਜ਼ਮ ਤੇ ਨਹੀਂ ਪਾ ਸਕਦਾ। ਮੈਂ ਤਾਂ ਮਨ ਬਣਾ ਕੇ ਆਇਆ ਵੀ ਇਹ ਐ ਕੰਮ ਚੱਲਣਾ ਨਹੀਂ। ਮੈਂ ਇਹ ਨਹੀਂ ਕੋਈ ਸਮਝੇ ਕੋਈ ਇਹ ਪੋਲੀਟੀਕਲ ਡਰਾਮਾ ਹੈ, ਕਿਉਂਕਿ ਲੋਕਾਂ ਨੇ ਸਾਨੂੰ ਬਾਰ-ਬਾਰ ਸੁਣਿਆ ਹੈ, ਅੱਕ ਗਏ ਐ ਗੱਲ ਦੇ। ਹੁਣ ਕਿ ਇਹ ਸਮਾਰਟ ਸਿਟੀ ਦੀ ਗੱਲ ਕੀਤੀ, ਮੈਂ ਲੋਕਾਂ ਦੇ ਬੜੇ ਟਰੋਲ ਹੁੰਦਾ ਦੇਖ ਰਿਹਾ 3 ਦਿਨ ਦਾ, ਕਿਸ ਤਰੀਕੇ ਨਾਲ ਮੀਡੀਆ 'ਚ ਆ ਰਿਹਾ। ਮੈਂ ਇੱਕ ਕਮਿਸ਼ਨਰ ਪੁਲਿਸ ਜਿਹੜੇ ਸਾਡੇ ਉਹਨਾਂ ਨੂੰ ਪਹਿਲਾਂ ਇਹ ਕਹਿਣ ਲੱਗਿਆ ਵੀ ਸਭ ਤੋਂ ਪਹਿਲਾਂ FIR ਦਰਜ ਕਰੋ ਮੇਰੇ ਨਾਲ, ਕਿਉਂਕਿ ਇਹ ਲੋਕਾਂ ਦਾ ਪੈਸਾ, ਲੋਕਾਂ ਨੇ ਸਾਨੂੰ MP ਚੁਣਿਆ। ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਇਹ ਮੇਰੀ ਜ਼ਿੰਮੇਵਾਰੀ ਵੀ ਬਣਦੀ ਹੈ। ਉਹਨਾਂ ਮੌਕੇ ਤੇ ਹੀ ਪੁਲਿਸ ਕਮਿਸ਼ਨਰ ਨੂੰ ਫੋਨ ਲਗਾ ਕੇ ਪਹਿਲਾਂ ਆਪਣੇ ਅਤੇ ਫਿਰ ਹੋਰ ਅਧਿਕਾਰੀਆਂ ਦੀ FIR ਦਰਜ ਕਰਨ ਲਈ ਵੀ ਆਖਿਆ। ਹੋਰ ਕੀ ਆਖਿਆ ਰਵਨੀਤ ਬਿੱਟੂ ਨੇ, ਉਹ ਵੀ ਜਰਾ ਸੁਣ ਲਓ। ਦੇਖੋ, ਇਹ ਤਮਾਸ਼ਾ ਨਹੀਂ ਚੱਲਦਾ, ਇਹ ਜ਼ਿੰਮੇਵਾਰੀ ਲੈਣੀ ਪੈਣੀ ਆ, ਤੇ ਮੇਰੀ ਜ਼ਿੰਮੇਵਾਰੀ ਇਹ ਸਭ ਤੋਂ ਵੱਡੀ ਆ, ਤੇ ਮੈਂ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਤੇ ਮੇਰੇ ਤੇ FIR ਇਸ ਗੱਲ ਦੀ ਮੈਂ ਪਹਿਲਾਂ ਕਿਹਾ ਵੀ ਆਪਣੇ ਆਪ ਬਥੇਰੀਆਂ ਵੀ ਸਾਡੇ ਤੇ ਅਸੀਂ ਐਜੂਕੇਸ਼ਨ ਕਰਦੇ ਹਾਂ, ਹੋਰ ਲੋਕਾਂ ਕਰ ਖਾਤੇ, ਇਹ ਤਾਂ ਹੱਦੀ ਹੋ ਗਈ ਆ। ਥੱਲਿਓਂ ਪਤਾ ਹੀ ਨਹੀਂ ਵੀ ਬੱਸ ਥੱਲੇ ਗੱਡੀ ਵੜ ਜਵੇ। ਤੇ ਜੇ ਕਹਿੰਦੇ ਨਹੀਂ ਜੀ ਇਹ ਤਾਂ 56 ਸਾਲ ਪਹਿਲਾਂ ਦਾ। ਤੇ ਇੱਕ ਗੱਲ ਹੋਰ ਮੈਂ ਭੁੱਲ ਗਿਆ, ਸਭ ਤੋਂ ਵੱਡੀ ਜ਼ਿੰਮੇਵਾਰੀ ਆ ਜਿਹੜੀ ਇਹ ਜਿਹੜੇ ਕੇਬਲ ਕੰਪਨੀਆਂ ਹੈ, ਜਿਹੜੀਆਂ ਕੇਬਲ ਵਿਛਾਉਂਦੀਆਂ ਜਾਂ ਜਿਹੜੇ ਟੈਲੀਫੋਨ ਜਿਹੜੀਆਂ ਇਹ ਮਸ਼ੀਨਾਂ ਵੱਡੀਆਂ ਲਾ ਕੇ, ਕਿਉਂਕਿ ਥੱਲੇ ਸੀਵਰੇਜ ਜਾ ਰਹੇ ਆ, ਜਿਹੜੇ ਸੀਵਰੇਜ ਜਾ ਰਹੇ ਆ ਥੱਲੇ, ਉਹਨਾਂ ਦੇ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਉਹਨਾਂ 'ਚ ਸਰਾਖ ਹੋ ਜਾਂਦਾ ਥੱਲੇ, ਕਿਉਂਕਿ 20-30 ਫੁੱਟ ਨੇ। ਉਹਨਾਂ ਜਦੋਂ ਸਰਾਖ ਇਹ ਕਰਦੇ ਆ, ਪਰਮਿਸ਼ਨ ਤਾਂ ਕਾਰਪੋਰੇਸ਼ਨ ਤੋਂ ਲੈਂਦੇ ਆ, ਤੇ ਥੱਲੇ ਕਿਸੇ ਨੂੰ ਕੀ ਸੁਪਨਾ ਆ ਜਾਂਦਾ ਕਾਰਪੋਰੇਸ਼ਨ ਵਾਲਿਆਂ ਨੂੰ। ਜਦੋਂ ਮੈਂ ਕਿਹਾ ਜੀ, ਉਹ ਕਹਿੰਦੇ ਸਾਡੀ ਜ਼ਿੰਮੇਵਾਰੀ ਕਿੱਥੋਂ ਆ? ਖੈਰ, ਲੁਧਿਆਣਾ ਵਿੱਚ ਸੜਕ ਧੱਸਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਵੀ ਲੁਧਿਆਣਾ ਵਿੱਚ ਕਈ ਥਾਵਾਂ ਤੇ ਸੜਕ ਧੱਸਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ, ਪਰ ਅਫਸੋਸ ਇਹਨਾਂ ਤੇ ਰਾਜਨੀਤੀ ਤਾਂ ਬਹੁਤ ਹੋਈ, ਪਰ ਇਹਨਾਂ ਦਾ ਅਜੇ ਤੱਕ ਕੋਈ ਠੋਸ ਹੱਲ ਨਹੀਂ ਹੋ ਸਕਿਆ। ਬਿਊਰੋ ਰਿਪੋਰਟ, ਹਮਦਰਦ TV।